ਨੌਵੀਂ ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ, ਅੱਜ ਮੈਂ ਤੁਹਾਨੂੰ ਮੈਥ ਦੀ ਅਗਲੀ ਅਸਾਈਨਮੈਂਟ ਨੰਬਰ 164 ਸਮਝਾਵਾਂਗੀ, ਜੋ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੈਥ ਟੀਮ ਦੁਆਰਾ ਤਿਆਰ ਕੀਤੀ ਗਈ ਹੈ। ਇਸ ਅਸਾਈਨਮੈਂਟ ਵਿੱਚ ਅਸੀਂ ਚੈਪਟਰ ਨੰਬਰ 13 ਦਾ ਬਹੁਤ ਹੀ ਇੰਪੋਰਟੈਂਟ ਹਿੱਸਾ 3D ਆਕ੍ਰਿਤੀਆਂ ਵਿੱਚੋਂ ਵੇਲਣ ਦੇ ਬਾਰੇ ਪੜ੍ਹਾਂਗੇ। ਇਸ ਵਿੱਚ ਅਸੀਂ ਵੇਲਣ ਦੀ ਕੁੱਲ ਸਤ੍ਹਾ ਤੇ ਪਾਸਵੀਂ ਸਤ੍ਹਾ ਦੇ ਖੇਤਰਫਲ ਬਾਰੇ ਸਮਝਾਂਗੇ। ਸਭ ਤੋਂ ਪਹਿਲੇ ਅਸੀਂ ਗੱਲ ਕਰਦੇ ਹਾਂ ਵੇਲਣ ਕੀ ਹੁੰਦਾ ਹੈ। ਵੇਲਣ ਨੂੰ ਸਿਲੰਡਰ ਜਾਂ ਲੰਬ ਚੱਕਰੀ ਵੇਲਣ ਵੀ ਕਹਿੰਦੇ ਹਨ। ਤੁਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਵੇਲਣ ਦੀਆਂ ਉਦਾਹਰਨਾਂ ਦੇਖੀਆਂ ਹੋਣਗੀਆਂ, ਜਿਵੇਂ ਕਿ ਖੂਹ, ਪਾਣੀ ਦੀਆਂ ਟੈਂਕੀਆਂ, ਪਾਈਪਾਂ, ਘਰਾਂ ਵਿੱਚ ਕਿਚਨ 'ਚ ਯੂਜ਼ ਕੀਤੇ ਜਾਣ ਵਾਲੇ ਸਿਲੰਡਰ, ਸੈੱਲ, ਮੋਮਬੱਤੀਆਂ ਆਦਿ। ਇਹ ਸਾਰੀਆਂ ਹੀ ਵੇਲਣਾਕਾਰ ਆਕ੍ਰਿਤੀ ਦੀਆਂ ਉਦਾਹਰਨਾਂ ਹਨ। ਹੁਣ ਅਸੀਂ ਵੇਲਣ ਦੇ ਖੇਤਰਫਲ ਦੀ ਗੱਲ ਕਰਾਂਗੇ। ਖੇਤਰਫਲ ਦਾ ਮਤਲਬ ਹੁੰਦਾ ਹੈ ਕਿ ਉਸ ਆਕ੍ਰਿਤੀ ਨੇ ਕਿੰਨੀ ਜਗ੍ਹਾ ਘੇਰੀ ਹੋਈ ਹੈ। ਉਸ ਚਿੱਤਰ ਦੁਆਰਾ ਘਿਰੇ ਹੋਏ ਖੇਤਰ ਨੂੰ ਉਸ ਦਾ ਖੇਤਰਫਲ ਆਖਦੇ ਹਨ। ਤੇ ਸਿਲੰਡਰ ਨੇ ਕਿੰਨੀ ਜਗ੍ਹਾ ਘੇਰੀ ਹੋਈ ਹੈ। ਦੇਖੋ ਇਸ ਐਕਟੀਵਿਟੀ ਦੇ ਵਿੱਚ ਕਿ ਜਦੋਂ ਅਸੀਂ ਵੇਲਣ ਨੂੰ ਓਪਨ ਕੀਤਾ, ਇਸ ਦੇ 3 ਭਾਗ ਹੋ ਗਏ, 3 ਹਿੱਸੇ ਹੋ ਗਏ। ਪਹਿਲਾ ਹਿੱਸਾ ਹੈਗਾ ਲੇਟਰਲ ਸਰਫੇਸ, ਜਿਹੜਾ ਇੱਕ ਆਇਤਾਕਾਰ ਹੈ, ਤੇ ਦੂਸਰਾ ਹਿੱਸਾ ਚੱਕਰਾਕਾਰ, ਤੇ ਤੀਸਰਾ ਹਿੱਸਾ ਵੀ ਇਸ ਦਾ ਚੱਕਰਾਕਾਰ ਹਿੱਸਾ ਹੈ, ਜਿਵੇਂ ਕਿ ਇਸ ਡਾਇਗਰਾਮ ਦੇ ਵਿੱਚ ਦੇਖੋ। ਹੁਣ ਦੇਖੋ ਅਸੀਂ ਕੀ ਕਰਾਂਗੇ, ਇਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਾਂਗੇ। ਕੁੱਲ ਸਤ੍ਹਾ ਦਾ ਖੇਤਰਫਲ ਦਾ ਮਤਲਬ ਹੈ ਕਿ ਸਾਨੂੰ ਤਿੰਨੋਂ ਭਾਗਾਂ ਨੂੰ ਪਲੱਸ ਕਰਨਾ ਪਵੇਗਾ। ਪਹਿਲਾ ਆਇਤਾਕਾਰ ਭਾਗ, ਦੂਸਰਾ ਚੱਕਰਾਕਾਰ ਭਾਗ, ਤੇ ਤੀਸਰਾ ਵੀ ਚੱਕਰਾਕਾਰ ਭਾਗ। ਅਸੀਂ ਜਾਣਦੇ ਹਾਂ ਕਿ ਚੱਕਰ ਦਾ ਖੇਤਰਫਲ πr² ਹੁੰਦਾ ਹੈ। ਸਾਡੇ ਕੋਲ 2 ਚੱਕਰ ਸੀਗੇ, ਦੂਸਰੇ ਚੱਕਰ ਦਾ ਵੀ ਖੇਤਰਫਲ ਹੋ ਗਿਆ πr²। ਇਹ ਸਾਡੇ ਕੋਲ ਹੈ ਇਹਦੀ ਵਕਰ ਸਤ੍ਹਾ, ਜਿਹੜਾ ਕਿ ਆਇਤਾਕਾਰ ਫਾਰਮ ਦੇ ਵਿੱਚ ਹੈ। ਇਹ ਇੱਕ ਆਇਤ ਬਣ ਜਾਂਦੀ ਹੈ। ਹੁਣ ਇਹਦਾ ਖੇਤਰਫਲ ਲਿਖਿਆ ਹੈ h2πr। ਇਹ ਕਿਵੇਂ ਬਣਿਆ? ਹੁਣ ਦੇਖੋ ਆ ਜਿਹੜੀ ਆਇਤ ਹੈ ਇਹਦੀ ਲੰਬਾਈ ਹੈ। ਇਹ ਲੰਬਾਈ ਕਿਵੇਂ ਬਣੀ? ਜਦੋਂ ਅਸੀਂ ਇਹਨੂੰ ਓਪਨ ਕੀਤਾ ਸੀਗਾ, ਇਹੀ ਇਹਦਾ ਚੱਕਰ ਦਾ ਜਿਹੜਾ ਸਰਕਮਫਰੈਂਸ ਸੀਗਾ, ਪਰਿਮਾਪ, ਉਹੀ ਇਹਦੀ ਲੰਬਾਈ ਹੋਵੇਗੀ। ਤੇ ਚੱਕਰ ਦਾ ਘੇਰਾ ਕਿੰਨਾ ਹੁੰਦਾ ਹੈ? 2πr। ਇਹੀ ਇਹਦੀ ਲੰਬਾਈ ਬਣ ਗਈ, ਕਿਉਂਕਿ ਆਇਤ ਦੇ ਖੇਤਰਫਲ ਦੇ ਵਿੱਚ ਸਾਨੂੰ ਕੀ ਚਾਹੀਦਾ ਹੈ? ਲੰਬਾਈ ਗੁਣਾ ਚੌੜਾਈ। ਲੰਬਾਈ ਅਸੀਂ ਕੱਢ ਲਈ, ਜਿੰਨਾ ਚੱਕਰ ਦਾ ਪਰਿਮਾਪ ਹੈ, ਘੇਰਾ ਹੈ, ਉਹ ਹੈ 2πr। ਹੁਣ ਅਸੀਂ ਚੌੜਾਈ ਪਤਾ ਕਰਾਂਗੇ। ਤੇ ਇਹ ਜਿਹੜਾ ਸਿਲੰਡਰ ਸੀਗਾ ਉਹਦੀ ਉਚਾਈ ਕਿੰਨੀ ਸੀਗੀ? h। ਇਹੀ ਇਹਦੀ ਚੌੜਾਈ ਹੋਵੇਗੀ। ਤੇ ਸਾਡੇ ਕੋਲ ਫਿਰ ਫਾਰਮੂਲਾ ਬਣ ਗਿਆ 2πrh। ਇਸੇ ਕਰਕੇ ਤੇ ਲਿਖਿਆ h2πr ਜਾਂ 2πrh ਵੀ ਲਿਖ ਸਕਦੇ ਹਾਂ। ਇਹਨੂੰ ਇੱਕ ਐਕਟੀਵਿਟੀ ਦੇ ਰੂਪ 'ਚ ਦੁਬਾਰਾ ਸਮਝੋ ਕਿ ਜਦੋਂ ਅਸੀਂ ਇਹਨੂੰ ਓਪਨ ਕੀਤਾ, ਇਸ ਦੇ 3 ਹਿੱਸੇ ਹੋ ਗਏ। ਇੱਕ ਹੈਗਾ ਸਾਡੇ ਕੋਲ ਲੇਟਰਲ ਹਿੱਸਾ, ਠੀਕ ਹੈ, ਆਇਤਾਕਾਰ, 2 ਇਸ ਦੇ ਚੱਕਰ। ਇਹਦੀ ਕੁੱਲ ਸਤ੍ਹਾ ਦਾ ਖੇਤਰਫਲ ਹੋਵੇਗਾ, ਦੋਨੋਂ ਚੱਕਰਾਂ ਦਾ ਖੇਤਰਫਲ 2πr² ਤੇ ਆਇਤ ਦਾ ਖੇਤਰਫਲ 2πrh। ਇਹਦਾ ਮਤਲਬ ਹੈ ਕਿ ਅਸੀਂ ਇਸ ਅਸਾਈਨਮੈਂਟ ਵਿੱਚ ਕੁੱਲ ਸਤ੍ਹਾ ਤੇ ਪਾਸਵੀਂ ਸਤ੍ਹਾ ਦੇ ਖੇਤਰਫਲ ਬਾਰੇ ਪੜ੍ਹਨਾ ਹੈ। ਬੇਟਾ ਇਹਨਾਂ ਫਾਰਮੂਲਿਆਂ ਨੂੰ ਤੁਸੀਂ ਯਾਦ ਨਹੀਂ ਕਰਨਾ, ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣਾ ਹੈ। ਜੇਕਰ ਸਾਨੂੰ ਵੇਲਣ ਦੀ ਪਾਸਵੀਂ ਸਤ੍ਹਾ ਦੇ ਖੇਤਰਫਲ ਬਾਰੇ ਪੁੱਛਿਆ ਹੋਵੇ, ਉਸ ਟਾਈਮ ਤੇ ਅਸੀਂ ਇਹ ਵਾਲਾ ਫਾਰਮੂਲਾ ਅਪਲਾਈ ਕਰਾਂਗੇ। ਪਾਸਵੀਂ ਸਤ੍ਹਾ ਦਾ ਖੇਤਰਫਲ 2πrh, ਜਿੱਥੇ r ਉਸ ਵੇਲਣ ਦੇ ਆਧਾਰ ਦਾ ਅਰਧਵਿਆਸ ਹੈ, h ਵੇਲਣ ਦੀ ਉਚਾਈ ਹੈ। ਅਗਰ ਸਾਨੂੰ ਪੁੱਛਿਆ ਹੋਵੇ ਕੁੱਲ ਸਤ੍ਹਾ ਦਾ ਖੇਤਰਫਲ, ਤੇ ਫਿਰ ਅਸੀਂ ਇਹ ਤਿੰਨੋਂ ਹੀ ਪਾਰਟ, ਜਿਹੜੇ ਵੇਲਣ ਦੇ ਤਿੰਨੋਂ ਹੀ ਹਿੱਸੇ ਹਨ, ਉਹਨਾਂ ਸਾਰਿਆਂ ਦੇ ਖੇਤਰਫਲ ਨੂੰ ਪਲੱਸ ਕਰਾਂਗੇ। ਟੋਟਲ ਸਰਫੇਸ ਏਰੀਆ ਆਫ ਸਿਲੰਡਰ ਇਜ਼ ਇਕੁਅਲ ਟੂ ਦੋਨੋਂ ਚੱਕਰਾਕਾਰ ਜਿਹੜੇ ਚੱਕਰ ਹਨ ਉਹਨਾਂ ਦਾ ਖੇਤਰਫਲ। ਇਹ ਬਣ ਗਿਆ 2πr²। 1πr² ਤੇ 1πr², ਇਹ ਬਣ ਗਿਆ 2πr²। ਇਹਦੇ ਵਿੱਚ ਅਸੀਂ ਵਕਰ ਸਤ੍ਹਾ ਦਾ ਖੇਤਰਫਲ ਐਡ ਕਰ ਦਾਂਗੇ 2πrh। ਹੁਣ ਦੇਖੋ ਇਹਨੂੰ ਯਾਦ ਨਹੀਂ ਕਰਨਾ, ਇਹਨੂੰ ਸਿਰਫ ਸਮਝਣਾ ਹੈ ਕਿ ਇਹ ਫਾਰਮੂਲਾ ਕਿਵੇਂ ਬਣ ਰਿਹਾ। 2πr ਤੇ 2πr ਦੋਨੋਂ ਟਰਮਸ ਦੇ ਵਿੱਚ ਹੈਗਾ, ਉਹਨਾਂ ਨੂੰ ਅਸੀਂ ਕਾਮਨ ਕੱਢ ਲਿਆ। ਇਹ ਸਾਡੇ ਕੋਲ ਆ ਗਿਆ 2πr, ਔਰ ਬ੍ਰੈਕਟ ਦੇ ਅੰਦਰ ਪਹਿਲੀ ਟਰਮ ਦੇ ਵਿੱਚ ਬਚ ਗਿਆ r, ਅਸੀਂ ਉਹ ਲਿਖ ਲਿਆ, ਵਿਚਕਾਰ ਬਚਿਆ ਪਲੱਸ ਦਾ ਨਿਸ਼ਾਨ, ਔਰ ਦੂਸਰੀ ਟਰਮ ਦੇ ਵਿੱਚ ਬਚਿਆ h, ਤੇ ਅਸੀਂ ਉਹ ਲਿਖ ਲਿਆ। ਤੇ ਸਾਡੇ ਕੋਲ ਫਿਰ ਟੋਟਲ ਸਰਫੇਸ ਏਰੀਆ ਸਿਲੰਡਰ ਦਾ ਫਾਰਮੂਲਾ ਬਣ ਗਿਆ
2 ਪਾਈ ਆਰ ਆਰ ਪਲੱਸ ਐਚ। ਜਦੋਂ ਸਾਨੂੰ ਕੁੱਲ ਸਤ੍ਹਾ ਦਾ ਖੇਤਰਫਲ ਕਿਹਾ ਗਿਆ ਹੋਏ ਤਾਂ ਉਸ ਟਾਈਮ ਤੇ ਅਸੀਂ ਇਹ ਲਗਾਵਾਂਗੇ। ਅਗਰ ਸਾਨੂੰ ਪਾਸਵੀਂ ਸਤ੍ਹਾ ਦੇ ਖੇਤਰਫਲ ਦੀ ਗੱਲ ਕੀਤੀ ਹੋਵੇ ਉਸ ਟਾਈਮ ਤੇ ਅਸੀਂ ਇਹ ਲਗਾਵਾਂਗੇ। ਔਰ ਜਿੱਥੇ ਵੀ ਪਾਈ ਹੋਏਗਾ ਉੱਥੇ ਤੁਸੀਂ 22/7 ਲਗਾਵੋਗੇ। ਹੁਣ ਅਸੀਂ ਇਹਨਾਂ ਦੋਨਾਂ ਫਾਰਮੂਲਿਆਂ ਦੇ ਬੇਸ ਤੇ ਅਸੀਂ ਆਪਣੀ ਅਸਾਈਨਮੈਂਟ ਦੇ ਕੁਐਸਚਨਸ ਕਰਦੇ ਹਾਂ। ਪਹਿਲਾ ਕੁਐਸਚਨ ਹੈ ਧਾਤੂ ਦੀ ਇੱਕ ਚਾਦਰ ਨਾਲ 1 ਮੀਟਰ ਉੱਚੀ, ਦੇਖੋ 1 ਮੀਟਰ ਉੱਚੀ, ਇਹਦਾ ਮਤਲਬ ਸਾਨੂੰ ਉਚਾਈ ਦਿੱਤੀ ਹੈ 1 ਮੀਟਰ, ਅਤੇ 140 ਸੈਂਟੀਮੀਟਰ ਵਿਆਸ ਦੇ ਆਧਾਰ ਵਾਲੀ ਇੱਕ ਬੰਦ ਵੇਲਣਾਕਾਰ ਟੈਂਕੀ ਬਣਾਈ ਜਾਣੀ ਹੈ। ਇਸ ਕੰਮ ਲਈ ਕਿੰਨੇ ਵਰਗ ਮੀਟਰ ਚਾਦਰ ਦੀ ਲੋੜ ਪਵੇਗੀ? ਕਿੰਨੇ ਵਰਗ ਮੀਟਰ ਚਾਦਰ ਦੀ ਲੋੜ ਪਵੇਗੀ ਮਤਲਬ ਕਿੰਨਾ ਮਟੀਰੀਅਲ ਯੂਜ਼ ਕਰਾਂਗੇ, ਤੇ ਉਹਦੇ ਵਾਸਤੇ ਸਾਨੂੰ ਕੀ ਕੱਢਣਾ ਪਵੇਗਾ? ਇਸ ਦਾ ਖੇਤਰਫਲ ਕੱਢਣਾ ਪਵੇਗਾ। ਔਰ ਟੈਂਕੀ ਦਾ ਅਸੀਂ ਢੱਕਣ ਵੀ ਬਣਾਉਣਾ, ਬੇਸ ਵੀ ਬਣਾਉਣਾ ਹੈ। ਇਹਦਾ ਮਤਲਬ ਹੈ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ। ਕਿੰਨੇ ਵਰਗ ਮੀਟਰ ਚਾਦਰ ਦੀ ਲੋੜ ਪਈ ਹੈ ਜਿੰਨਾ ਉਹਦਾ ਕੁੱਲ ਸਤ੍ਹਾ ਦਾ ਖੇਤਰਫਲ ਹੈ। ਆਓ ਇਹਨੂੰ ਅਸੀਂ ਸੋਲਵ ਕਰਦੇ ਹਾਂ। ਸਾਨੂੰ ਉਚਾਈ ਦਿੱਤੀ ਗਈ ਹੈ, ਉਚਾਈ ਹੈ ਸਾਡੇ ਕੋਲ 1 ਮੀਟਰ, ਵਿਆਸ ਸਾਨੂੰ ਦਿੱਤਾ ਹੈ 140 ਸੈਂਟੀਮੀਟਰ। ਸਾਨੂੰ ਵਿਆਸ ਦੀ ਤਾਂ ਜ਼ਰੂਰਤ ਨਹੀਂ ਪੈਂਦੀ, ਸਾਨੂੰ ਤਾਂ ਚਾਹੀਦਾ ਅਰਧ ਵਿਆਸ ਆਰ ਫਾਰਮੂਲੇ ਦੇ ਵਿੱਚ, ਇਸ ਕਰਕੇ ਅਸੀਂ ਇੱਥੋਂ ਆਰ ਕੱਢ ਲੈਂਦੇ ਹਾਂ। 140 ਨੂੰ ਹਾਫ ਕਰ ਲਾਂਗੇ ਔਰ ਸਾਡੇ ਕੋਲ ਅੱਧਾ ਕਰ ਲਾਂਗੇ, ਸਾਡੇ ਕੋਲ ਆ ਜਾਏਗਾ 70 ਸੈਂਟੀਮੀਟਰ। ਹੁਣ ਦੇਖੋ ਫਾਰਮੂਲਾ ਅਪਲਾਈ ਕਰਨ ਤੋਂ ਪਹਿਲੇ ਇਕਾਈਆਂ ਬਰਾਬਰ ਹੋਣੀਆਂ ਚਾਹੀਦੀਆਂ ਨੇ। ਉਚਾਈ ਦਿੱਤੀ ਹੈ ਮੀਟਰ ਵਿੱਚ, ਅਰਧ ਵਿਆਸ ਆ ਗਿਆ ਸੈਂਟੀਮੀਟਰ ਵਿੱਚ। ਹੁਣ ਅਸੀਂ ਸੈਂਟੀਮੀਟਰਸ ਨੂੰ ਮੀਟਰਸ ਦੇ ਵਿੱਚ ਚੇਂਜ ਕਰਨ ਲੱਗੇ ਹਾਂ। ਸੈਂਟੀਮੀਟਰਸ ਦੇ ਮੀਟਰਸ ਬਣਾਵਾਂਗੇ। ਸਾਡੇ ਕੋਲ ਅਸੀਂ ਜਾਣਦੇ ਹਾਂ ਕਿ 100 ਸੈਂਟੀਮੀਟਰ ਮਿਲਣਗੇ ਤੇ ਉਹ 1 ਮੀਟਰ ਬਣਦਾ ਹੈ। ਇਸੇ ਤਰ੍ਹਾਂ 1 ਸੈਂਟੀਮੀਟਰ ਵਿੱਚ ਫਿਰ ਕਿੰਨੇ ਮੀਟਰ ਬਣ ਗਏ? 1/100 ਮੀਟਰ। 70 ਸੈਂਟੀਮੀਟਰ ਚਾਹੀਦਾ ਸਾਨੂੰ, ਇਹ ਆ ਗਿਆ ਸਾਡੇ ਕੋਲ 70 ਸੈਂਟੀਮੀਟਰ ਇਜ਼ ਇਕੁਅਲ ਟੂ 70/100, ਕਿਉਂਕਿ 1 ਸੈਂਟੀਮੀਟਰ ਵਿੱਚ 1/100 ਮੀਟਰ ਤੇ 70 ਸੈਂਟੀਮੀਟਰ ਵਿੱਚ ਫਿਰ ਹੋਏਗਾ 70/100 ਮੀਟਰ। 0 ਨਾਲ 0 ਕੈਂਸਲ, 7/10 ਬਣ ਗਿਆ 0.7 ਮੀਟਰ। ਇਸ ਕਰਕੇ ਸਾਡੇ ਕੋਲ ਆ ਗਿਆ 70 ਸੈਂਟੀਮੀਟਰ ਇਜ਼ ਇਕੁਅਲ ਟੂ 0.7 ਮੀਟਰ ਦੇ ਬਰਾਬਰ। ਹੁਣ ਅਸੀਂ ਆਪਣੀ ਅਸਾਈਨਮੈਂਟ ਦੇ ਸਵਾਲ ਕਰਦੇ ਹਾਂ ਕਿ ਵੇਲਣ ਦੀ ਕੁੱਲ ਸਤ੍ਹਾ ਦਾ ਖੇਤਰਫਲ ਕਿਹਦੇ ਬਰਾਬਰ ਹੈ? ਹੁਣੇ ਮੈਂ ਤੁਹਾਨੂੰ ਫਾਰਮੂਲਾ ਸਮਝਾਇਆ 2 ਪਾਈ ਆਰ ਆਰ ਪਲੱਸ ਐਚ। ਜਿੱਥੇ ਜਿੱਥੇ ਪਾਈ ਹੈ ਉੱਥੇ ਉੱਥੇ 22/7 ਭਰਤਾ, ਜਿੱਥੇ ਆਰ ਹੈ ਉੱਥੇ ਅਸੀਂ 0.7 ਭਰਤਾ, ਇਹ ਵਾਲੇ ਆਰ ਦੀ ਜਗ੍ਹਾ ਤੇ ਫਿਰ ਅਸੀਂ 0.7 ਭਰ ਦਿੱਤਾ। ਉਸ ਤੋਂ ਬਾਅਦ ਐਚ ਦੀ ਜਗ੍ਹਾ ਤੇ ਅਸੀਂ 1 ਭਰਤਾ ਕਿਉਂਕਿ ਉਚਾਈ ਸਾਡੇ ਕੋਲ ਸੀਗੀ 1 ਮੀਟਰ। ਇਹਨਾਂ ਸਾਰਿਆਂ ਨੂੰ ਸੋਲਵ ਕਰਕੇ ਆ ਦੇਖੋ ਪਹਿਲੇ ਬ੍ਰੈਕਟ ਸੋਲਵ ਕੀਤੀਆਂ, ਇਹਦਾ ਕੀ ਆ ਗਿਆ 1.7 ਆ ਗਿਆ। ਫਿਰ ਸਾਰਿਆਂ ਨੂੰ ਗੁਣਾ ਕਰਕੇ ਸਾਡੇ ਕੋਲ ਆ ਗਿਆ 7.48 ਮੀਟਰ ਸਕੁਅਰ। ਇਹਦਾ ਮਤਲਬ ਹੈ ਇਸ ਕੰਮ ਦੇ ਲਈ 7.48 ਵਰਗ ਮੀਟਰ ਚਾਦਰ ਦੀ ਲੋੜ ਪਈ। ਇਸੇ ਤਰ੍ਹਾਂ ਹੁਣ ਅਸੀਂ ਆਪਣਾ ਅਗਲਾ ਸਵਾਲ ਕਰਦੇ ਹਾਂ। ਚਲੋ ਬੱਚਿਓ, ਹੁਣ ਅਸੀਂ ਦੂਸਰਾ ਕੁਐਸਚਨ ਕਰਦੇ ਹਾਂ। ਦੂਸਰਾ ਕੁਐਸਚਨ ਹੈ ਕਿਸੇ ਵੇਲਨਾਕਾਰ ਥੰਬ ਦਾ ਵਿਆਸ 50 ਸੈਂਟੀਮੀਟਰ ਅਤੇ ਉਚਾਈ 3.5 ਮੀਟਰ ਹੈ। 12.50 ਪ੍ਰਤੀ ਮੀਟਰ ਸਕੁਅਰ ਦੀ ਦਰ ਨਾਲ ਥੰਬ ਦੀ ਵਕਰ ਸਤ੍ਹਾ ਨੂੰ ਰੰਗ ਕਰਾਉਣ ਦਾ ਖਰਚ ਪਤਾ ਕਰੋ। ਹੁਣ ਸਾਨੂੰ ਵਿਆਸ ਦਿੱਤਾ ਹੈ ਸੈਂਟੀਮੀਟਰਾਂ ਦੇ ਵਿੱਚ, ਉਚਾਈ ਦਿੱਤੀ ਹੈ ਮੀਟਰਾਂ ਦੇ ਵਿੱਚ, ਤੇ ਪਹਿਲਾ ਸਟੈਪ ਹੈ ਇਹਨਾਂ ਦੀ ਇਕਾਈਆਂ ਨੂੰ ਬਰਾਬਰ ਕਰ ਲਓ। ਥੰਬ ਦਾ ਵਿਆਸ ਹੈ 50 ਸੈਂਟੀਮੀਟਰ, ਅਰਧ ਵਿਆਸ ਅਸੀਂ ਬਣਾ ਲਿਆ, ਉਹਨੂੰ ਅੱਧਾ ਕਰ ਲਿਆ, 25 ਸੈਂਟੀਮੀਟਰ ਆ ਗਿਆ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਸੈਂਟੀਮੀਟਰ ਨੂੰ ਮੀਟਰ 'ਚ ਚੇਂਜ ਕੀਤਾ। ਕਿਵੇਂ ਕੀਤਾ? 25/100 ਮੀਟਰ, ਇੱਥੇ ਆਏਗਾ ਮੀਟਰ। 25/100 ਮੀਟਰ, ਇਹਨੂੰ ਕੈਂਸਲ ਕਰਕੇ ਅਸੀਂ 1/4 ਵੀ ਲਿਖ ਸਕਦੇ ਹਾਂ। ਇਹ ਸਾਡੇ ਕੋਲ ਆ ਗਿਆ ਅਰਧ ਵਿਆਸ 1/4 ਮੀਟਰ। ਉਚਾਈ ਸਾਨੂੰ ਪਹਿਲੇ ਦਿੱਤੀ ਹੈ 3.5 ਮੀਟਰ। ਹੁਣ ਕੁਐਸਚਨ ਦੇ ਵਿੱਚ ਪੁੱਛਿਆ ਹੈ ਵਕਰ ਸਤ੍ਹਾ ਨੂੰ ਰੰਗ ਕਰਾਉਣਾ ਹੈ। ਵਕਰ ਸਤ੍ਹਾ, ਹੁਣ ਇਸ ਡਾਇਗਰਾਮ ਦੇ ਵਿੱਚ ਵਕਰ ਸਤ੍ਹਾ ਫਿਰ ਕਿਹੜੀ ਹੋਵੇਗੀ? ਇਹ ਵਾਲੀ ਸਤ੍ਹਾ। ਆ ਦੇਖੋ ਵਕਰ ਸਤ੍ਹਾ ਨੂੰ ਰੰਗ ਕਰਾਉਣ ਦਾ ਖੇਤਰਫਲ ਪਹਿਲੇ ਅਸੀਂ ਪਤਾ ਕਰਾਂਗੇ। ਠੀਕ ਹੈ, ਇਹ ਸਾਡੇ ਕੋਲ ਹੋ ਗਈ ਵਕਰ ਸਤ੍ਹਾ। ਇਹਦਾ ਉੱਪਰ ਵਾਲਾ ਭਾਗ ਔਰ ਹੇਠਾਂ ਵਾਲਾ ਭਾਗ ਅਸੀਂ ਛੱਡ ਦਿੱਤਾ, ਸਿਰਫ ਵਕਰ ਸਤ੍ਹਾ ਦੇ ਰੰਗ ਕਰਾਉਣ ਦਾ ਖਰਚ ਪਤਾ ਕਰਨਾ ਹੈ। ਤੇ ਪਾਸਵੀਂ ਸਤ੍ਹਾ ਦਾ ਫਿਰ ਖੇਤਰਫਲ ਕਿੰਨਾ ਹੁੰਦਾ ਸਾਡੇ ਕੋਲ? ਵਕਰ ਸਤ੍ਹਾ ਦਾ ਖੇਤਰਫਲ
ਇਹਦੇ ਵਿੱਚ ਫਿਰ ਫਾਰਮੂਲਾ ਲੱਗੇਗਾ 2 ਪਾਈ ਆਰ ਐਚ। ਪਾਸਵੀਂ ਸਤ੍ਹਾ ਦਾ ਖੇਤਰਫਲ 2 ਪਾਈ ਆਰ ਐਚ। ਜਿੱਥੇ ਪਾਈ ਹੈ ਉੱਥੇ ਤੁਸੀਂ 22/7 ਫਿਲ ਕਰ ਦੋਗੇ, ਜਿੱਥੇ ਆਰ ਹੈ ਉੱਥੇ ਤੁਸੀਂ 1/4 ਫਿਲ ਕਰ ਦਿਓ, ਜਿੱਥੇ ਐਚ ਹੋਏਗਾ ਉੱਥੇ ਤੁਸੀਂ 3.5 ਮੀਟਰ ਫਿਲ ਕਰ ਦਿਓ। ਤੇ ਸਾਡੇ ਕੋਲ ਜਿਹੜਾ ਕੁਐਸਚਨ ਦਾ ਆਨਸਰ ਬਣ ਜਾਏਗਾ ਉਹ ਬਣੇਗਾ, ਆ ਦੇਖੋ ਕਿਵੇਂ ਸੋਲਵ ਕੀਤਾ ਹੈ। ਸਾਰਿਆਂ ਨੂੰ ਗੁਣਾ ਕਰ ਲਿਆ, ਪਾਈ ਦੀ ਜਗ੍ਹਾ ਤੇ 22/7, ਆਰ ਦੀ ਜਗ੍ਹਾ ਤੇ 1/4, ਐਚ ਦੀ ਜਗ੍ਹਾ ਤੇ 3.5 ਤੇ ਸਾਡੇ ਕੋਲ ਆ ਗਿਆ ਪਾਸਵੀਂ ਸਤ੍ਹਾ ਦਾ ਖੇਤਰਫਲ 11/2 ਵਰਗ ਮੀਟਰ। ਹੁਣ ਕੁਐਸਚਨ ਦੇ ਵਿੱਚ ਸਾਨੂੰ ਪੁੱਛਿਆ ਸੀਗਾ ਕਿ ਪ੍ਰਤੀ 12.50 ਰੁਪਏ ਮੀਟਰ ਦੀ ਦਰ ਦੇ ਨਾਲ ਰੰਗ ਕਰਾਉਣ ਦਾ ਖਰਚ ਪਤਾ ਕਰੋ। ਪ੍ਰਤੀ ਵਰਗ ਮੀਟਰ ਰੰਗ ਕਰਾਉਣ ਦਾ ਖਰਚ ਸਾਨੂੰ ਦਿੱਤਾ ਹੋਇਆ 12.50 ਰੁਪਏ ਤੇ 11/2 ਵਰਗ ਮੀਟਰ ਰੰਗ ਕਰਾਉਣ ਦਾ ਖਰਚ ਆ ਜਾਏਗਾ। ਜੋ ਵੀ ਸਾਡੇ ਕੋਲ ਆਨਸਰ ਆਇਆ 11/2 ਉਹਨੂੰ 12.50 ਰੁਪਏ ਦੇ ਨਾਲ ਗੁਣਾ ਕਰ ਦਿਓ, ਫਿਰ ਸਾਡੇ ਕੋਲ ਆਨਸਰ ਆ ਗਿਆ 68.75। ਇਹ ਸਾਡਾ ਸੀਗਾ ਵਕਰ ਸਤ੍ਹਾ ਨੂੰ ਰੰਗ ਕਰਾਉਣ ਦਾ ਖਰਚ, ਰੁਪਏ 68.75 ਰੁਪਏ। ਇਹਦਾ ਮਤਲਬ ਹੈ ਇਹ ਸਾਡੇ ਕੋਲ 2 ਕੁਐਸਚਨ ਸੀਗੇ ਔਰ ਹੁਣ ਅਸੀਂ ਪੈਸ ਨਾਲ ਰਿਲੇਟਡ 2 ਕੁਐਸਚਨ ਕਰਾਂਗੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੀ ਜਿਹੜੀ ਅਸਾਈਨਮੈਂਟ ਹੁੰਦੀ ਹੈ ਉਹਦੇ ਹੇਠਾਂ ਪੈਸ ਨਾਲ ਰਿਲੇਟਡ ਕੁਐਸਚਨਸ ਵੀ ਹੁੰਦੇ ਨੇ ਜਿਹੜੇ MCQs ਦੀ ਫਾਰਮ ਦੇ ਵਿੱਚ ਹੁੰਦੇ ਨੇ, ਮਲਟੀਪਲ ਚੋਇਸ ਕੁਐਸਚਨਸ MCQ ਦੀ ਫਾਰਮ ਦੇ ਵਿੱਚ। ਇੱਕ ਕੁਐਸਚਨ ਹੋਏਗਾ, ਉਹਦੀਆਂ 4 ਆਪਸ਼ਨਸ ਹੁੰਦੀਆਂ ਨੇ ਤੇ ਅਸੀਂ ਉਹਨਾਂ ਨੂੰ ਰਾਈਟ ਆਨਸਰ ਉਹਨਾਂ ਵਿੱਚੋਂ ਲੱਭ ਕੇ ਅਸੀਂ ਉਹਨੂੰ ਟਿਕ ਕਰਦੇ ਹਾਂ। ਪਹਿਲਾ ਕੁਐਸਚਨ ਕਰਦੇ ਹਾਂ, ਜੇਕਰ ਵੇਲਣ ਦਾ ਅਰਧ ਵਿਆਸ 4 ਸੈਂਟੀਮੀਟਰ ਹੈ ਅਤੇ ਉਸ ਦੀ ਉਚਾਈ 10 ਸੈਂਟੀਮੀਟਰ ਹੈ ਤਾਂ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰੋ। ਬਹੁਤ ਈਜ਼ੀ ਕੁਐਸਚਨ ਹੈ। ਕੁੱਲ ਸਤ੍ਹਾ ਦਾ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ 2 ਪਾਈ ਆਰ R+H। ਇਹਦੇ ਵਿੱਚੋਂ ਅਸੀਂ ਆਰ ਦੀ ਵੈਲਿਊ, ਆਰ ਕਿੰਨਾ ਸਾਨੂੰ ਦਿੱਤਾ ਹੈ 4 ਸੈਂਟੀਮੀਟਰ, ਉੱਥੇ ਅਸੀਂ ਆਰ ਦੀ ਵੈਲਿਊ ਲਗਾ ਦਾਂਗੇ। ਪਾਈ ਦੀ ਜਗ੍ਹਾ ਤੇ ਅਸੀਂ 22/7 ਲਿਖ ਲਿਆ, ਫਿਰ ਆਰ ਦੀ ਜਗ੍ਹਾ ਤੇ 4 ਲਿਖ ਲਿਆ। ਐਚ ਸਾਨੂੰ ਦਿੱਤਾ ਹੈ ਉਚਾਈ 10 ਸੈਂਟੀਮੀਟਰ, ਅਸੀਂ 10 ਲਿਖ ਲਾਂਗੇ। ਬ੍ਰੈਕਟਸ ਨੂੰ ਪਹਿਲੇ ਸੋਲਵ ਕੀਤਾ, 10 ਤੇ 4 ਬਣ ਗਏ 14। ਇਹਨਾਂ ਸਾਰਿਆਂ ਨੂੰ ਸੋਲਵ ਕਰਕੇ ਸਾਡੇ ਕੋਲ ਆ ਗਿਆ 352 ਵਰਗ ਸੈਂਟੀਮੀਟਰ। ਹੁਣ ਅਸੀਂ ਕੁਐਸਚਨ ਦੇ ਵਿੱਚ ਦੇਖੀਏ ਆਪਸ਼ਨ ਕਿੱਥੇ ਹੈ ਸਾਡੇ ਕੋਲ 352, ਇਹ ਹੈਗੀ ਹੈ ਸਾਡੇ ਕੋਲ ਦੂਸਰੀ ਆਪਸ਼ਨ 352 ਵਰਗ ਸੈਂਟੀਮੀਟਰ। ਇਹ ਹੋਏਗਾ ਇਹਦੇ ਕੁੱਲ ਸਤ੍ਹਾ ਦਾ ਖੇਤਰਫਲ। ਹੁਣ ਅਸੀਂ ਆਪਣਾ ਦੂਸਰਾ ਕੁਐਸਚਨ ਕਰਦੇ ਹਾਂ ਪੈਸ ਦਾ। ਜੇਕਰ ਇੱਕ ਵੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ 88 ਵਰਗ ਸੈਂਟੀਮੀਟਰ ਹੈ ਅਤੇ ਉਚਾਈ 14 ਸੈਂਟੀਮੀਟਰ ਹੈ ਤਾਂ ਇਸ ਦਾ ਵਿਆਸ ਪਤਾ ਕਰੋ। ਵਿਆਸ ਵਾਸਤੇ ਸਭ ਤੋਂ ਪਹਿਲੇ ਅਸੀਂ ਅਰਧ ਵਿਆਸ ਪਤਾ ਕਰਨਾ ਪਏਗਾ ਸਾਨੂੰ, ਤੇ ਅਰਧ ਵਿਆਸ ਨੂੰ ਦੁੱਗਣਾ ਕਰ ਦਾਂਗੇ ਤੇ ਉਹ ਸਾਡੇ ਕੋਲ ਆ ਜਾਏਗਾ ਵਿਆਸ। ਹੁਣ ਦੇਖੋ ਖੇਤਰਫਲ ਸਾਨੂੰ ਪਹਿਲੇ ਹੀ ਦਿੱਤਾ ਹੈ, ਵਕਰ ਸਤ੍ਹਾ ਦਾ ਖੇਤਰਫਲ 88 ਵਰਗ ਸੈਂਟੀਮੀਟਰ ਸਾਨੂੰ ਪਹਿਲੇ ਦਿੱਤਾ ਹੈ। ਇਹਨੂੰ ਅਸੀਂ ਸੋਲਵ ਕਰਦੇ ਹਾਂ ਇੱਕ ਵੱਖਰੇ ਪੇਜ ਦੇ ਉੱਪਰ। ਵਕਰ ਸਤ੍ਹਾ ਦਾ ਖੇਤਰਫਲ 88 ਵਰਗ ਸੈਂਟੀਮੀਟਰ ਤੇ ਅਸੀਂ ਜਾਣਦੇ ਹਾਂ ਕਿ ਵਕਰ ਸਤ੍ਹਾ ਦਾ ਖੇਤਰਫਲ ਕਿਹਦੇ ਬਰਾਬਰ ਹੁੰਦਾ ਹੈ, ਇਹ ਹੁੰਦਾ ਸਾਡੇ ਕੋਲ 2 ਪਾਈ ਆਰ ਐਚ। ਇਹਦਾ ਮਤਲਬ 2 ਪਾਈ ਆਰ ਐਚ ਦੀ ਵੈਲਿਊ ਆ ਗਈ 88 ਸੈਂਟੀਮੀਟਰ ਸਕੁਅਰ। ਜਿੱਥੇ ਪਾਈ ਹੈ ਉੱਥੇ 22/7 ਭਰ ਦਿਓ। ਆਰ ਅਸੀਂ ਕੱਢਣਾ ਹੈ ਅਰਧ ਵਿਆਸ, ਉਚਾਈ ਦੀ ਜਗ੍ਹਾ ਤੇ 14 ਸੈਂਟੀਮੀਟਰ ਭਰ ਦਿਓ ਕਿਉਂਕਿ ਉਚਾਈ ਕਿੰਨੀ ਦੀ ਸਾਨੂੰ ਦਿੱਤੀ ਹੈ 14 ਸੈਂਟੀਮੀਟਰ। ਹੁਣ ਦੇਖੋ ਇਕਾਈਆਂ ਬਰਾਬਰ ਸੀਗੀਆਂ, ਖੇਤਰਫਲ ਵੀ ਸੈਂਟੀਮੀਟਰ ਵਿੱਚ, ਉਚਾਈ ਵੀ ਸੈਂਟੀਮੀਟਰ ਵਿੱਚ। ਇਹਦੇ ਸੌਖਾ ਕੰਮ ਹੋ ਗਿਆ ਸਾਡਾ, ਇਕਾਈਆਂ ਨੂੰ ਚੇਂਜ ਕਰਨ ਦੀ ਲੋੜ ਹੀ ਨਹੀਂ ਪਈ ਔਰ ਇਹ ਸਾਡੇ ਕੋਲ ਇਕੁਏਸ਼ਨ ਬਣ ਗਈ ਆਰ ਦੀ ਫਾਰਮ ਦੇ ਵਿੱਚ। ਠੀਕ ਹੈ, ਸਿਰਫ ਅਸੀਂ ਆਰ ਨੂੰ ਇੱਧਰ ਰਹਿਣ ਦਿੱਤਾ, ਬਾਕੀ ਸਾਰੀਆਂ ਵੈਲਿਊਜ਼ ਨੂੰ ਉੱਧਰ ਲਿਖ ਲਿਆ। ਆ ਜਿਹੜਾ 7 ਸੀਗਾ ਇਹ ਡਿਵਾਈਡ ਵਿੱਚ ਸੀਗਾ, ਉੱਧਰ ਜਾ ਕੇ ਸਾਡੇ ਕੋਲ 88 ਦੇ ਨਾਲ ਮਲਟੀਪਲਾਈ ਹੋ ਜਾਏਗਾ। ਜਿਹੜੀਆਂ ਰਕਮਾਂ ਮਲਟੀਪਲਾਈ ਦੇ ਵਿੱਚ ਹੈ ਉਹ ਸਾਰੀਆਂ ਹੇਠ ਆ ਜਾਣਗੀਆਂ ਡਿਵਾਈਡ ਦੇ ਰੂਪ ਦੇ ਵਿੱਚ। ਇਹ ਸਾਡੇ ਕੋਲ ਫਿਰ ਆ ਗਿਆ, ਇੱਥੇ ਕਰ ਲੈਂਦੇ ਹਾਂ ਇਹਨੂੰ 14। ਠੀਕ ਹੈ, ਸਾਰਿਆਂ ਨੂੰ ਕੈਂਸਲ ਕਰਕੇ ਆਰ ਦੀ ਵੈਲਿਊ ਦੇਖੋ ਕਿੰਨੀ ਆ ਰਹੀ ਹੈ ਸਾਡੇ ਕੋਲ 1 ਆਏਗੀ। ਕਿਵੇਂ 7 ਦੂਣੀ 14, 7 ਦੂਣੀ 14 ਔਰ ਹੇਠਾਂ ਦੇਖੋ 22 ਨੂੰ 2 ਨਾਲ ਗੁਣਾ ਕੀਤਾ 44, 44 ਨੂੰ 2 ਨਾਲ ਕੀਤਾ 88, 88/88 ਬਣ ਗਿਆ ਸਾਡੇ ਕੋਲ 1। ਇਹਦਾ ਮਤਲਬ ਹੈ ਸਾਨੂੰ ਆਰ ਅਰਧ ਵਿਆਸ ਸਾਡੇ ਕੋਲ ਆ ਗਿਆ
1 ਸੈਂਟੀਮੀਟਰ, ਲੇਕਿਨ ਸਾਨੂੰ ਤਾਂ ਕੁਐਸਚਨ ਦੇ ਵਿੱਚ ਵਿਆਸ ਪੁੱਛਿਆ ਗਿਆ ਹੈ ਤੇ ਵਿਆਸ ਹੋਏਗਾ ਅਰਧ ਵਿਆਸ ਦਾ ਦੁੱਗਣਾ ਕਰ ਲਓ। 2 ਗੁਣਾ 1 ਸਾਡੇ ਕੋਲ ਬਣ ਗਿਆ 2 ਸੈਂਟੀਮੀਟਰ ਔਰ ਸਾਡੇ ਕੋਲ ਪਹਿਲੀ ਆਪਸ਼ਨ ਹੀ ਹੈ 2 ਸੈਂਟੀਮੀਟਰ, ਇਹੀ ਸਾਡਾ ਸਹੀ ਉੱਤਰ ਹੋਵੇਗਾ। ਬੱਚੇ ਇਹ ਸੀ ਕਿ ਸਾਡੀ ਅਸਾਈਨਮੈਂਟ 164 ਜੋ ਕਿ ਵੇਲਣ ਦੇ ਉੱਪਰ ਆਧਾਰਿਤ ਸੀ। ਲੰਬ ਚੱਕਰੀ ਵੇਲਣ ਜਾਂ ਸਿਲੰਡਰ ਦੇ ਟੋਟਲ ਸਰਫੇਸ ਏਰੀਆ ਤੇ ਲੇਟਰਲ ਸਰਫੇਸ ਏਰੀਆ ਦੇ ਦੋਨੋਂ ਹੀ ਫਾਰਮੂਲੇ ਤੁਸੀਂ ਚੰਗੀ ਤਰ੍ਹਾਂ ਸਮਝ ਲਏ ਹਨ। ਬੱਚਿਓ, ਹੁਣ ਮੈਨੂੰ ਆਸ ਹੈ ਕਿ ਤੁਸੀਂ ਆਪਣੀ ਇਸ ਅਸਾਈਨਮੈਂਟ ਤੋਂ ਵੇਲਣ ਦੇ ਬਾਰੇ ਸਾਰੇ ਹੀ ਇਨਫੋਰਮੇਸ਼ਨ ਲੈ ਲਈ ਹੋਵੇਗੀ ਤੇ ਇਹਦੇ ਦੋਨੋਂ ਹੀ ਫਾਰਮੂਲੇ ਚੰਗੀ ਤਰ੍ਹਾਂ ਸਮਝ ਲਏ ਹੋਣਗੇ। ਹੁਣ ਤੁਸੀਂ ਆਪਣੀ ਇਸ ਅਸਾਈਨਮੈਂਟ ਦੇ ਕੁਐਸਚਨਸ ਤੇ ਬੁੱਕ ਦੇ ਵਿੱਚ ਜਿਹੜੇ ਵੇਲਣ ਤੇ ਆਧਾਰਿਤ ਕੁਐਸਚਨ ਹਨ ਉਹਨਾਂ ਨੂੰ ਆਪਣੀਆਂ ਹੋਮਵਰਕ ਦੀਆਂ ਕਾਪੀਆਂ ਤੇ ਨੋਟ ਕਰੋ। ਥੈਂਕ ਯੂ ਸੋ ਮਚ।